Hello everyone, welcome to once again. I am Dr. Meenu from Government Senior Secondary School Jalal Usma ਅੰਮ੍ਰਿਤਸਰ। 22 ਜਨਵਰੀ ਨੂੰ ਜੋ ਵੀਕਲੀ ਟੈਸਟ 10th ਕਲਾਸ ਦਾ ਚੈਪਟਰ ਨੰਬਰ 5th ਐਂਡ 11th ਦਾ ਹੋਇਆ ਸੀ, ਮੈਂ ਉਸ ਦਾ ਸੋਲੂਸ਼ਨ ਲੈ ਕੇ ਆਈ ਹਾਂ। ਸੋ ਚਲੋ ਸਟਾਰਟ ਕਰਦੇ ਹਾਂ ਵੀਡੀਓ। ਇਹ ਰਿਹਾ ਤੁਹਾਡਾ ਪੇਪਰ, ਚੈਪਟਰ ਨੰਬਰ 5 ਅਰਥਮੈਟਿਕ ਪ੍ਰੋਗਰੈਸ਼ਨਸ, ਅੰਕ ਗਣਿਤਿਕ ਲੜੀਆਂ ਅਤੇ ਕੰਸਟਰਕਸ਼ਨ, ਪੰਜਾਬੀ ਵਿੱਚ ਇਹਨੂੰ ਕੀ ਬੋਲਦੇ, ਰਚਨਾਵਾਂ। 40 ਮਿੰਟਸ ਦਾ ਪੇਪਰ, ਕੁੱਲ ਨੰਬਰ ਕਿੰਨੇ ਸੀ ਇਹਦੇ? 20 ਨੰਬਰ। ਪਾਰਟ ਏ ਜੋ ਇੱਕ ਨੰਬਰ ਦੇ ਕੁਐਸਚਨ ਸੀ, ਇਹਦਾ ਜੋ ਫਸਟ ਕੁਐਸਚਨ ਹੈ ਉਹ ਕੀ ਸੀ? ਤੁਹਾਨੂੰ ਇੱਕ ਲੜੀ ਦਿੱਤੀ ਹੋਈ ਹੈ, ਇਸ ਦਾ ਅਸੀਂ ਕੀ ਫਾਈਂਡ ਆਊਟ ਕਰਨਾ? ਸਾਂਝਾ ਅੰਤਰ, ਜਿਹਨੂੰ ਕੀ ਬੋਲਦੇ ਅਸੀਂ ਕਾਮਨ ਡਿਫਰੈਂਸ। ਕਾਮਨ ਡਿਫਰੈਂਸ ਫਾਈਂਡ ਆਊਟ ਕਰਨ ਵਾਸਤੇ ਦੇਖੋ ਕੀ ਕਰਨਾ ਕਿ ਜਿਹੜੀ ਵੀ ਤੁਹਾਡੇ ਕੋਲ ਆਹ ਵਾਲੀ ਟਰਮ ਦਿੱਤੀ ਹੁੰਦੀ ਹੈ AP ਦੇ ਵਿੱਚ, ਇਹ ਤੁਹਾਡੇ ਕੋਲ ਹੁੰਦੀ A1, ਦੂਸਰੇ ਨੰਬਰ ਤੇ ਹੁੰਦੀ A2, ਫਿਰ ਹੁੰਦਾ A3, A4 ਅਪ ਟੂ ਸੋ ਔਨ। ਠੀਕ ਹੈ। ਹੁਣ ਸਾਂਝਾ ਅੰਤਰ ਹੈ ਜੋ ਕਾਮਨ ਡਿਫਰੈਂਸ ਹੈ, ਇਹਨੂੰ ਅਸੀਂ ਕਿਹਦੇ ਨਾਲ ਡਿਨੋਟ ਕਰਦੇ ਹਾਂ? D ਦੇ ਨਾਲ। D ਕਿਹਦੇ ਇਕੁਅਲ ਹੁੰਦਾ ਹੈ? A2 ਮਾਈਨਸ A1 ਮੀਨਸ ਸੈਕਿੰਡ ਵਾਲੀ ਟਰਮ ਹੈ ਜੋ, ਇਹਦੇ ਵਿੱਚ ਅਸੀਂ ਫਸਟ ਵਾਲੀ ਮਾਈਨਸ ਕਰਨੀ। ਜਾਂ ਤੁਸੀਂ ਇਹਨੂੰ ਕਹਿ ਸਕਦੇ ਹਾਂ, ਜਾਂ ਫਿਰ ਸੈਕਿੰਡ ਤੇ ਥਰਡ ਦਾ ਪੇਅਰ ਲੈ ਸਕਦੇ ਹਾਂ, ਥਰਡ ਤੇ ਫੋਰਥ ਦਾ, ਫੋਰਥ ਤੇ ਫਿਫਥ ਦਾ। ਠੀਕ ਹੈ। ਮਤਲਬ ਕਿ ਦੋ ਜਿਹੜੇ ਬਿਲਕੁਲ ਲੜੀ ਦੇ ਵਿੱਚ ਲਗਾਤਾਰ 2 ਨੰਬਰ ਪਏ ਹੋਏ ਆ, ਅਸੀਂ ਦੂਸਰਿਆਂ ਦੇ ਵਿੱਚੋਂ ਪਹਿਲੇ ਵਾਲਾ ਮਾਈਨਸ ਕਰਨਾ ਹੁੰਦਾ। ਠੀਕ ਹੈ। ਹੁਣ ਇਹਦੇ ਵਿੱਚ ਦੇਖੋ ਦੋਨੋਂ ਨੰਬਰ ਮਾਈਨਸ ਤੇ ਆ, ਜ਼ਰੂਰੀ ਨਹੀਂ ਕਿ ਅਸੀਂ ਇਹ ਵਾਲੇ ਨੰਬਰ ਲੈ ਕੇ ਹੀ ਅਸੀਂ ਇਹਦੀ ਕੈਲਕੂਲੇਸ਼ਨ ਕਰੀਏ, ਅਸੀਂ ਇਹ ਵਾਲੇ 2 ਨੰਬਰ ਵੀ ਲੈ ਸਕਦੇ ਹਾਂ। ਠੀਕ ਹੈ। ਇਹ ਦੇਖੋ ਕਿ A1, A2, A3, A4, A5 ਤੋਂ D ਹੈ ਜੋ, ਉਹਨੂੰ ਅਸੀਂ A5 ਮਾਈਨਸ A4 ਵੀ ਲਿਖ ਸਕਦੇ ਹਾਂ। A5 ਇੱਥੇ ਕਿਹੜਾ ਨੰਬਰ ਹੈ? 3। A5 ਹੈ 3 ਮਾਈਨਸ A4 ਕਿਹੜਾ ਨੰਬਰ ਹੈ? 1। 3 ਮਾਈਨਸ 1 ਕਿਹਦੇ ਇਕੁਅਲ ਹੁੰਦਾ ਹੈ? 2। ਸੋ ਇਸ ਕੇਸ ਦੇ ਵਿੱਚ ਜੋ D ਆਏਗਾ, ਜੋ ਕਾਮਨ ਡਿਫਰੈਂਸ ਹੈ, ਜੋ ਸਾਂਝਾ ਅੰਤਰ ਹੈ, ਉਹ ਹੈ 2। ਸੋ 2 ਦੇਖ ਲਓ ਕਿਸ ਆਪਸ਼ਨ ਦੇ ਵਿੱਚ ਹੈ? ਆਪਸ਼ਨ ਨੰਬਰ B। ਸੋ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਫॉर द क्वेश्चन नंबर 1। ਨੈਕਸਟ ਕੁਐਸਚਨ ਇਜ਼ AP ਦਿੱਤੀ ਹੋਈ ਇੱਕ, ਇਸ ਦੇ ਪਹਿਲੇ 16 ਪਦਾਂ ਦਾ ਜੋੜਫਲ ਪਤਾ ਕਰਨਾ ਹੈ। 16 ਟਰਮਸ ਦਾ ਸਮ ਫਾਈਂਡ ਆਊਟ ਕਰਨਾ ਹੈ। ਹੁਣ ਇਸ ਕੁਐਸਚਨ ਦੇ ਵਿੱਚ ਦੇਖੋ ਕੀ ਹੈ, ਸਮ ਜੋ AP ਹੈ ਉਹਦੇ ਸਮ ਨੂੰ ਅਸੀਂ ਕਿਹਦੇ ਨਾਲ ਡਿਨੋਟ ਕਰਦੇ? S ਦੇ ਨਾਲ। ਠੀਕ ਹੈ। ਸਮ ਜੋੜਫਲ ਜੋ ਹੈ ਉਹ ਕਿਹਦੇ ਇਕੁਅਲ ਹੁੰਦਾ? ਉਹਦਾ ਦੇਖੋ ਫਾਰਮੂਲਾ ਹੁੰਦਾ n/2 2a ਪਲਸ n ਮਾਈਨਸ 1 ਇੰਟੂ D। ਹੁਣ n ਕੀ ਹੁੰਦਾ ਹੈ? ਟੋਟਲ ਨੰਬਰ ਆਫ ਟਰਮਸ, ਕੁੱਲ ਪਦਾਂ ਦੀ ਗਿਣਤੀ। A ਕੀ ਹੁੰਦਾ ਹੈ? ਫਸਟ ਟਰਮ। ਫਸਟ ਟਰਮ ਜਿਹਨੂੰ ਬੋਲਦੇ ਇਹਨੂੰ। D ਕੀ ਹੁੰਦਾ ਹੈ? ਕਾਮਨ ਡਿਫਰੈਂਸ, ਸਾਂਝਾ ਅੰਤਰ। ਹੁਣ ਇਹਦੇ ਵਿੱਚ ਕੀ ਦਿੱਤਾ ਹੋਇਆ? ਜਿੱਥੋਂ ਵੀ ਇਹ ਲੜੀ ਸਟਾਰਟ ਹੁੰਦੀ ਹੈ ਸਾਡੇ ਕੋਲ ਨੰਬਰ ਕਿੰਨਾ ਹੁੰਦਾ? A। ਠੀਕ ਹੈ। ਇਹਦਾ ਮਤਲਬ ਇਸ ਕੁਐਸਚਨ ਦੇ ਵਿੱਚ A ਕਿੰਨਾ ਗਿਵਨ ਹੈ? 10। ਦੇਖੋ ਜਦੋਂ ਵੀ ਇੱਦਾਂ ਦੀ ਸਮ ਅਸੀਂ ਕਰਦੇ ਹਾਂ, ਅਸੀਂ ਕੀ ਕਰਨਾ ਹੁੰਦਾ? ਮੈਥਸ ਦਾ ਦੇਖੋ ਬੇਸਿਕ ਲੌਜਿਕ ਹੈ, ਜੋ ਤੁਹਾਨੂੰ ਦਿੱਤਾ ਹੁੰਦਾ ਉਹਦੇ ਅਕੋਰਡਿੰਗ ਪਹਿਲਾਂ ਫਾਰਮੂਲੇ ਦੇ ਵਿੱਚ ਜੋ ਨੋਟੇਸ਼ਨਸ ਹੈਗੀਆਂ ਵਾ ਉਹ ਤੁਸੀਂ ਲਿਖ ਲੈਣੀਆਂ। ਜਿੱਦਾਂ ਇਹਦੇ ਵਿੱਚ ਦੇਖੋ AP ਸੀਰੀਜ਼ ਆ, ਸਭ ਤੋਂ ਪਹਿਲਾਂ ਅਸੀਂ AP ਦਾ ਕੀ ਲਿਖ ਸਕਦੇ ਹਾਂ? ਇਹਦੇ ਵਿੱਚ ਅਸੀਂ ਪਹਿਲਾਂ ਇਹਦੀ ਫਸਟ ਟਰਮ ਲਿਖ ਸਕਦੇ ਹਾਂ A, ਉਸ ਤੋਂ ਬਾਅਦ ਅਸੀਂ ਇਹਦਾ ਕਾਮਨ ਡਿਫਰੈਂਸ ਲਿਖ ਸਕਦੇ ਹਾਂ। ਕਾਮਨ ਡਿਫਰੈਂਸ ਹੁੰਦਾ D। D ਕੀ ਹੁੰਦਾ? ਸੈਕਿੰਡ ਟਰਮ ਦੇ ਵਿੱਚ ਅਸੀਂ ਫਸਟ ਵਾਲੀ ਮਾਈਨਸ ਕਰ ਦਿੰਦੇ ਹਾਂ। 6 ਮਾਈਨਸ 10 ਅਸੀਂ ਕਰਾਂਗੇ ਤਾਂ ਇਹ ਕਿਹਦੇ ਇਕੁਅਲ ਆਏਗਾ? -4। D ਆ ਗਿਆ -4। ਉਸ ਤੋਂ ਬਾਅਦ ਦੇਖੋ ਕੀ ਕਿਹਾ ਹੋਇਆ? ਜੋੜਫਲ। ਜੋੜਫਲ ਦਾ ਅਸੀਂ ਫਾਰਮੂਲਾ ਲਿਖਤਾ। ਠੀਕ ਹੈ। ਫਾਰਮੂਲਾ ਲਿਖਤਾ, ਉਸ ਤੋਂ ਬਾਅਦ ਜੋ ਸਾਨੂੰ ਇਹਦੇ ਵਿੱਚ ਗਿਵਨ ਸੀ ਅਸੀਂ ਉਹ ਲਿਖ ਲਿਆ। ਹੁਣ ਕੀ ਕਰਨਾ ਸੀ? ਪਹਿਲੇ 16 ਪਦਾਂ ਦਾ ਜੋੜਫਲ ਪਤਾ ਕਰਨਾ। ਇਹਦਾ ਮਤਲਬ ਕੀ ਹੋਇਆ? ਇੱਥੇ ਆਹ ਵਾਲੀ ਚੀਜ਼ ਜਦੋਂ ਗਿਵਨ ਹੋਵੇ, ਇਹਦਾ ਮਤਲਬ ਕੀ ਆ? n ਦੀ ਵੈਲਿਊ ਗਿਵਨ ਹੈ। n ਕਿੰਨਾ ਗਿਵਨ ਹੈ ਇਹਦੇ ਵਿੱਚ? 16। ਦੇਖੋ ਬੇਟਾ ਇਹਨੂੰ ਬੋਲਦੇ ਹੁੰਦੇ ਆ A1, ਜਿੱਦਾਂ ਮੈਂ ਲਿਖਿਆ ਸੀ ਨਾ, A1 ਫਸਟ ਟਰਮ, ਸੈਕਿੰਡ ਟਰਮ, ਥਰਡ ਟਰਮ, ਫੋਰਥ ਟਰਮ, ਇਹਨੂੰ ਬੋਲਦੇ ਸੀ ਪਹਿਲਾ ਪਦ, ਆ ਦੂਸਰਾ, ਆ ਤੀਸਰਾ, ਚੌਥਾ। ਇਸੇ ਤਰ੍ਹਾਂ ਦੇਖੋ ਅੱਗੇ ਕੰਟੀਨਿਊ ਜੇ ਅਸੀਂ ਕਰੀਏ ਲੜੀ ਨੂੰ, ਇਹਦੇ ਵਿੱਚ 16ਵੇਂ ਨੰਬਰ ਦੇ ਉੱਪਰ 16 ਮਤਲਬ ਕਿ ਟੋਟਲ ਦੇ ਵਿੱਚ ਨੰਬਰ ਹੋ ਗਏ। ਉਹਨਾਂ 16 ਦੇ 16 ਦਾ ਅਸੀਂ ਜੋੜਫਲ ਪਤਾ ਕਰਨਾ। ਇਹਦਾ ਮਤਲਬ ਇਹ ਹੋਇਆ। ਤੇ ਕਿੰਨੀ ਗਿਣਤੀ ਆ?
जिद्दां 1 2 3 4 5 16 तक आ, ਇਹਦਾ मतलब n कितना होया 16। ਇਹਦੇ ਵਿੱਚ टोटल किन्ने नंबर हो गए 16 इस लड़ी 'ਚ। ਉਹਨਾਂ ਦਾ ਅਸੀਂ ਹੁਣ ਜੋੜਫਲ ਪਤਾ ਕਰਨਾ। ਇਹਦਾ मतलब ਕੀ ਹੋ ਗਿਆ n ਹੋ ਗਿਆ ਸਾਡੇ ਕੋਲ 16। ਜਿੰਨੀਆਂ ਵੀ ਵੈਲਿਊਜ਼ ਹੈਗੀਆਂ ਇਹ ਸਾਰੇ ਇਸ ਫਾਰਮੂਲੇ 'ਚ ਪੁੱਟ ਕਰ ਦਿਓ। ਹੁਣ n ਸਾਡੇ ਕੋਲ ਕਿੰਨਾ ਸੀ 16, ਇਹਦੇ ਵਿੱਚ ਅਸੀਂ ਪੁੱਟ ਕਰਦੇ ਪਏ 16/2। ਉਸ ਤੋਂ ਬਾਅਦ ਜੋ ਦਿੱਤਾ ਹੋਇਆ ਫਾਰਮੂਲੇ 'ਚ ਉਹੀ ਲਿਖੀ ਜਾਓ। ਬ੍ਰੈਕਟ ਦਿੱਤੀ ਹੋਈ ਹੈ, ਉਸ ਤੋਂ ਬਾਅਦ 2 ਹੈ, 2 ਤੇ a ਦੇ ਵਿੱਚ ਕੋਈ ਨਿਸ਼ਾਨ ਨਹੀਂ, ਮਤਲਬ ਮਲਟੀਪਲਾਈ ਕਰ ਰਹੇ ਹਾਂ। a ਕਿੰਨਾ ਹੈ 10। ਉਸ ਤੋਂ ਬਾਅਦ ਕੀ ਹੈ ਪਲੱਸ n is 16, 16 minus 1 into d is -4। ਇਹਨੂੰ ਅਸੀਂ ਸੋਲਵ ਕੀਤਾ, ਇਹ ਬਣ ਗਿਆ 8। 10 ਨੂੰ 2 ਦੇ ਨਾਲ ਮਲਟੀਪਲਾਈ ਕੀਤਾ 20। 16 minus 1 is 15, 15 ठीक है। आ बन गया 15 ਤੇ 15 ਨੂੰ ਕਿਹਦੇ ਨਾਲ ਮਲਟੀਪਲਾਈ ਕੀਤਾ ਹੋਇਆ -4 ਦੇ ਨਾਲ। ਤੇ ਇਹ ਕਿੰਨਾ ਬਣੇਗਾ 15 ਨੂੰ 4 ਨਾਲ ਮਲਟੀਪਲਾਈ ਕਰੋ ਕਿੰਨਾ ਹੁੰਦਾ 60, 60। 15 ਚੌਕੇ 60 ਹੁੰਦਾ, ਨਾਲ ਮਾਈਨਸ ਦਾ ਸਾਈਨ ਲੱਗਾ ਹੋਇਆ, ਇਹ ਬਣ ਗਿਆ ਮਾਈਨਸ ਦੇ 60। ਬੇਟਾ ਸਾਈਨ ਦਾ ਬਿਲਕੁਲ ਤੁਸੀਂ ਅੱਛੇ ਤਰੀਕੇ ਨਾਲ ਧਿਆਨ ਰੱਖਣਾ। ਆ ਬਣ ਗਿਆ 8। ਹੁਣ ਪਲੱਸ ਦੇ 20 ਮਾਈਨਸ ਦੇ 60 ਆ, ਜਦੋਂ ਤੁਸੀਂ ਮਾਈਨਸ ਕਰੋਗੇ ਤਾਂ ਇਹਦਾ ਆਨਸਰ ਕਿੰਨਾ ਬਣੇਗਾ ਮਾਈਨਸ ਦੇ 40। ਹੁਣ ਇਹਦਾ मतलब ਕੀ ਹੋ ਗਿਆ, ਇਹਨੂੰ ਮਲਟੀਪਲਾਈ ਕਰ ਦਿਓ। 8 ਚੌਕੇ ਕਿੰਨੇ ਹੁੰਦੇ 32, ਮਾਈਨਸ ਦਾ ਸਾਈਨ ਆ 320। ਸੋ ਜੋ ਇਹ ਵਾਲਾ ਆਨਸਰ ਸਾਡੇ ਕੋਲ ਆਇਆ ਇਹ ਹੁੰਦਾ ਫਾਰਮੂਲਾ SN ਦਾ। n ਅਸੀਂ ਕਿੰਨਾ ਲਿਆ ਸੀ ਇਹਦੇ ਵਿੱਚ 16। ਇਹਦਾ मतलब ਕੀ ਹੋ ਗਿਆ S16। ਜਿਹੜੀ 16 ਟਰਮਸ ਆ ਰਹੀਆਂ ਹੈ ਇਸ AP ਦੇ ਵਿੱਚ, ਉਹਦਾ ਜੋ ਜੋੜਫਲ ਹੈ ਉਹ ਕਿੰਨਾ ਹੋਏਗਾ ਮਾਈਨਸ ਦੇ 320। ਸੋ ਦੇਖ ਲਓ ਇਹ ਕਿਹੜੀ ਆਪਸ਼ਨ ਬਣ ਰਹੀ ਸਾਡੇ ਕੋਲ, ਆਪਸ਼ਨ ਨੰਬਰ A। ਥਰਡ ਪਾਰਟ ਦੇਖੋ ਕੀ ਹੈ, ਇਹਨਾਂ ਵਿੱਚੋਂ ਕਿਹੜੀ ਇੱਕ AP ਹੈ। ਇੱਕ AP ਹੈ ਤੇ ਇਹਦਾ मतलब ਬਾਕੀ ਕੀ ਹੋਣਗੀਆਂ AP ਨਹੀਂ ਹੈ। ਹੁਣ ਅਸੀਂ ਦੇਖਣਾ ਵਾ AP ਕਿਹੜੀ ਹੈ। AP ਦੇ ਵਾਸਤੇ ਦੇਖੋ ਬੇਟਾ ਫਸਟ ਕੰਡੀਸ਼ਨ ਕੀ ਹੈ, ਕੰਡੀਸ਼ਨ ਕੀ ਹੈ ਇਹੀ ਹੋਣੀ ਚਾਹੀਦੀ ਆ ਕਿ ਜਿਹੜਾ ਇਹਦੇ 2 ਨੰਬਰ ਲਗਾਤਾਰ ਨੰਬਰ ਲਏ ਸੀ ਇਹਨਾਂ ਦੇ ਵਿਚਕਾਰ ਜਿਹੜਾ ਡਿਫਰੈਂਸ ਆ ਉਹ ਕੀ ਆਣਾ ਚਾਹੀਦਾ ਕੌਨਸਟੈਂਟ, ਸੇਮ ਡਿਫਰੈਂਸ ਆਣਾ ਚਾਹੀਦਾ। डिफरेंस इसी गल करते हैं। देखो हुण ये की है सैकेंड टर्म ए स्केयर आ, ए स्केयर ए बनेगी ए स्केयर माइनस ए बनेगी। तो जे असीं ए 2 ले लैंदे आ, की बनेगी ए दी पावर 3 माइनस ए दी पावर 2। ठीक है, जो डिफरेंस है कॉन्सटेंट नहीं आता, तो मतलब कि ए पी नहीं बनती पई। ठीक है, इन्होंने की पूछा हो इन्होंने किहड़ी ए पी है। उस तो बाद ये देखो आ की बन गया सैकेंड टू माइनस किया 3 दी पावर 2 कितना होंदा 9 ते आ की होंदा 1 9 माइनस 1 ये कितना बनता 8। जे तुसीं इन्हां दोनों डिफरेंस लओगे बेटा सेम नहीं आएगा, ये भी साडे कोल ए पी नहीं बनेगी, ये भी आंसर नहीं हो सकता। उस तो बाद देखो सी ऑप्शन देखो आ वाली 2 टर्म्स फिर ए वाली 2 टर्म्स फिर ए वाली 2 टर्म्स लेनिया। देखो 2a माइनस ए 2a दे विचों a माइनस किया आंसर इज a। 3a माइनस 2a अगेन आंसर इज a। सिमिलरली वी कैन फाइंड द डिफरेंस बिटवीन दीज 2 टर्म्स एंड ये बनेगा 4a माइनस 3a इज इक्वल टू a। हुण देखो सारे विच डिफरेंस जिहड़ा आ रहा है किहड़ा आ रहा है a एंड a। कॉन्सटेंट आ गया, साझा अंतर जिहड़ा वो सेम आ गया। ਇਹਦਾ मतलब की हो गया ये साडे कोल AP है। अगली चैक करने की जरूरत ही नहीं, साडे कोल आंसर आ चुके। फोर्थ क्वेश्चन देखो की है, साडे कोल एक AP दी हुई है, इसका कितवां पद 210 है। विच टर्म ऑफ AP इज 210। किन्नवा मतलब की हुंदा, किन्ना मतलब हुंदा नंबर असीं दसना, ते इहनूं असीं किन्ना डिनोट करदे n दे नाल। ठीक है, हुण देखो चंगी तरह समझो बेटा इसनूं। तुहाडे कोल एक AP दित्ती हुई है, इसका किन्नवां पद 210 है। ਇਹਦਾ मतलब आ सीरीज़ जिहड़ी अगे अगे जा रही है, ਇਹਦੇ ਵਿੱਚ किते ना किते एक नंबर होएगा जिहड़ा किन्ना होएगा 210। किते ना किते वो नंबर है 210। वो 210 जिहड़ा नंबर है वो इस सीरीज़ दे विच कितवें नंबर ते आ। जिद्दां 21 पहले नंबर ते आ, 42 दूसरे नंबर ते आ, जो 63 है तीसरे ते आ, 84 बन गए चौथे दे, 210 जिहड़ा वा वो कितवें नंबर ते आंदा। ये है क्वेश्चन की स्टेटमेंट। हुण देखो बेटा इनू किद्दां करना सी, पहला तो जो दिता होया लिख लो। हुण इहदे तो की है, हुण मैं इत्थे लिखण लगी बेटा फोर्थ क्वेश्चन। देखो जो गिवन है लिख लो। ए कितना है देखो 21। उस तो बाद सैकेंड ऑप्शन साडे कोल सैकेंड असी की फाइंड आउट कर सकते हैं डिफरेंस डी 42। सैकेंड दे विचों देखो A2 माइनस A1 कर दी है मैं, 42 माइनस 21। 42 माइनस 21 जो करना है तो यदा आंसर बनेगा साडे कोल 21। उस तो बाद इन्होंने की पूछा होया किन्नवां पद 210 है।
ठीक है। ਅਸੀਂ ਕੀ ਹੁਣ ਸਪੋਜ਼ ਕਰ ਲੈਂਦੇ ਹਾਂ कि मान लो nth an ए वाली ਜਿਹੜੀ ਟਰਮ ਹੈ ਉਹ ਆਂਦੀ ਪਈ ਹੈ 210 n ਅਸੀਂ ਫਾਈਂਡ ਆਊਟ ਕਰਨਾ। ਹੁਣ ਦੇਖੋ ਜਦੋਂ ਅਸੀਂ an a1 a2 a3 ਫਾਈਂਡ ਆਊਟ ਕਰਦੇ ਹਾਂ ਤੇ ਸਾਡੇ ਕੋਲ ਦੇਖੋ ਇਹਦਾ ਫਾਰਮੂਲਾ ਹੁੰਦਾ an ਇਜ਼ ਇਕੁਅਲ ਟੂ a ਪਲਸ n ਮਾਈਨਸ 1 ਇੰਟੂ d। ਹੁਣ an ਦੇਖੋ 210 ਇਹਦੀ ਵੈਲਿਊ ਪੁੱਟ ਕਰ ਦਿਓ ਇੱਥੇ 210 a ਕਿੰਨਾ ਦਿੱਤਾ ਹੋਇਆ 21 ਇੱਥੇ ਆ ਗਿਆ 21 ਪਲਸ ਵੀ ਹੈਵ ਟੂ ਫਾਈਂਡ ਦ ਵੈਲਿਊ ਆਫ n ਸੋ ਮੈਂ ਇਹਨੂੰ ਇੱਦਾਂ ਲਿਖਣ ਲੱਗੀ ਹਾਂ ਤੇ d ਕੀ ਹੈ d ਹੈ 21 ਇੱਧਰ ਆ ਗਿਆ 21। ਹੁਣ ਕੁਛ ਨਹੀਂ करना बस इसी ओपन करना है तो इनू सॉल्व करना है 21 आ गया प्लस ब्रैकेट ओपन करो देखो 21 नू n ना मल्टीप्लाई किया की बन गया 21n 21 नू 1 ना मल्टीप्लाई किया साइन की माइनस का बन गया माइनस दे 21 माइनस ए 21 है प्लस ए 21 है सेम है कैंसल आउट हो गए सेम नंबर बट ऑपोजिट साइनस करके की हो गए कैंसल हो गए। हुण तुहाडे कोल देखो की बच गया 21n है जो ए के इक्वल आ रहा है 210 दे n के इक्वल आएगा 210 आ 2 आ 21 इधर जाके की हो गए डिवाइड हो गए ठीक है। ये जो कैंसल हो गए तो ये कितना बन गया 10 सो n कितना आ गया साढ़े कोल 10 आ गया। ਇਹਦਾ मतलब की हो गया n 10 मतलब a 10 ਇਹਦਾ मतलब की है 10वें नंबर के उपर 10वें नंबर के उपर 10वीं पोजीशन के उपर केड़ा नंबर है 210 सो ਇਹਦਾ आंसर की आ गया ऑप्शन नंबर बी। सैकेंड क्वेश्चन ਦੇ ਵਿੱਚ ਕੀ ਤੁਸੀਂ ਦੇਖਣਾ ਸੀ सही गलत ठीक है ट्रू फॉल्स दसना सी। फर्स्ट क्वेश्चन की है सैकेंड का किसी अंक गणितक लड़ी का nवां पद an इज इक्वल टू 3 + 4n होवे तां 10th टर्म कितनी है 40 इन्होंने ये दसिया होया। हुण आपां चैक कर लैंदे आ देखो ये की है इहदा जनरल फॉर्मूला दिता होया an इज इक्वल टू 3 + 4n। हुण 10वें की गल की है इसका मतलब n कितना हो गया इत्थे 10 हो गया। हुण असीं की कर सकते हैं इहदे विच n नूं 10 पुट कर लो ठीक है। देखो की दिता होया an इज इक्वल टू 3 + 4n n 10 रखांगे तो मतलब a इत्थे n 10 ते n की वैल्यू 10 रख लो इज इक्वल टू की बन गया 3 + 4 इंटू n कितना है 10 बस हुण असीं सिर्फ सॉल्व करना 3 + 4 इंटू 10 कितना बन गया 40 प्लस 3 कितने होंगे 43 ਇਹਦਾ मतलब a 10 की वैल्यू 43 है बट इन्होंने कितनी की हुई है 40 सो ये तो ठीक नहीं है ਇਹਦਾ मतलब ਇਹਦਾ आंसर की है गलत। सैकेंड देखो की है AP दे n पदां का जोड़फल ये दिता होया हाँ जी बेटा ये गलत है क्यों गलत है क्योंकि जोड़फल का जो फॉर्मूला होंदा है वो किहदे इक्वल होंदा SN इज इक्वल टू n/2 इंटू 2a प्लस n माइनस 1 इंटू डी जो मैं ऊपर डिस्कस कर चुकी हूँ। थर्ड क्वेश्चन देखो की है AP दे विच खाली थां भरनी है A1 दिता होया आ A3 है असी A2 की वैल्यू फाइंड आउट करनी है। देखो जो इदां दे टर्म्स दित्तियां होण तां विचकारली जिहड़ी टर्म है उहनूं असीं किद्दां फाइंड आउट कर सकते हैं सिंपल जो फर्स्ट वाली टर्म दी हुई है वो की ऐड कर लो थर्ड वाली इनू किहदे नाल डिवाइड कर दो 2 दे नाल डिवाइड कर दो ये कितना बन गया 16/2 कितना हुंदा 8 सो आंसर बनना सीधा 8। अगर इस तरह नहीं करना तो इत्थे नंबर रख के देख लो जे तुसीं इत्थे 7 रख के देखोगे मान लो तुसीं इत्थे 7 रख के देखदे आ वाले ऑप्शन तो मैं सिर्फ एक करके दसांगी। देखो मान लो तुसीं 7 रख के देखदे आ AP क्या होया ਇਹਦਾ मतलब ਇਹਦਾ डिफरेंस सेम आना चाहिए। ਇਹਦਾ मतलब की हो गया 7 - 5 करोगे तुसीं तो कितना बन गया 2 जो तुसीं 11 - 7 करोगे तो कितना बनता 4 आ डिफरेंस जो सेम नहीं आया सो 7 तो नहीं हो सकता। फिर तुसीं जो 8 रख के देखोगे तो जो कॉमन डिफरेंस वो सेम आएगा या फिर इदा कर लो या फिर तुसीं ये वाला फॉर्मूला यूज़ कर सकते हैं तो दोनों के नाल की आंसर आएगा 8 आंसर आएगा। हाँ जी नैक्सट क्वेश्चन देखो की आ an - 1 के इक्वल होंदा बेटा ए के इक्वल होंदा डी के इक्वल होंदा कॉमन डिफरेंस होंदा है ठीक है। मान लो कि मैं n इत्थे n की वैल्यू रख लैनी हाँ 2 जे मैं n 2 देखो इत्थे रखदी हाँ तो ये की बन गया a2 माइनस a n की वैल्यू आप 2 रखी है 2 - 1 तो ये चीज़ कि इक्वल बननी सी a2 माइनस a 2 - 1 कितना होंदा 1
तो आ जो डिफरेंस है A2 माइनस A1 है कि इक्वल होंगे D के इक्वल। फाइंड द 31st टर्म ऑफ AP हुज 11th टर्म इज़ 38 एंड 16th टर्म इज़ 73। जो तुहानूं इदां दी चीज़ दी होवे आ चीज़ असीं फाइंड आउट करनी आ। 11th टर्म दी हुई इन्होंने 38, इहदा मतलब की गिवन आ A11, ये कितना गिवन है 38। 16th टर्म दी हुई 73, इहदा मतलब A16 इज़ इक्वल टू 73। हुण AP असीं फाइंड आउट करनी है। हुण AP फाइंड आउट करनी है, मतलब कि जिहड़ी सीरीज़ है जो असीं AP दी लड़ी लिखते हैं वो की हुंदा A1 A2 A3 A4 असीं कुछ इस तरह का लिखते हैं। इहदा मतलब लिखण वास्ते सानूं एक फर्स्ट टर्म चाहिदी है। फर्स्ट टर्म की हुंदी A, ते हुण फर्स्ट टर्म दे विच तुसीं कॉमन डिफरेंस ऐड करदे तो सैकेंड टर्म बनदी है। इहदा मतलब AP बनाउण वास्ते सानूं एक A चाहिदा, दूसरा की चाहिदा D चाहिदा, कॉमन डिफरेंस ते फर्स्ट टर्म चाहिदी है। हुण ये दो कंडीशन जो दित्तियां होईयां असीं इन्हां दोनों तो ही A बनाना है तो D कढना। A आ जाएगा तो फर्स्ट टर्म बन जाएगी, फिर D नूं असीं अगे अगे ऐड करी जावांगे तो साडे कोल पूरी दी पूरी एक AP सीरीज़ बन जाएगी। हुण देखो इहनूं असीं किद्दां करना, इंपॉर्टेंट क्वेश्चन। पहला तो फॉर्मूला तुहानूं पता होना चाहिए, जनरल टर्म मैं तुहानूं दसी हुई पहला भी, AN इज़ इक्वल टू A प्लस N-1 इंटू D। हुण N देखो A11 तो A16 दिता, एक बारी असीं N नूं 11 पुट करना इहदे विच इस वाले फॉर्मूले च, ते एक बारी असीं N नूं की इत्थे पुट करना 16। हुण देखो पहला जो तुसीं N नूं 11 रखदे इत्थे की बनेगा A11, ये किहदे इक्वल बनेगा A प्लस N कितना 11, 11 माइनस 1 कितना बनना 10, ये बन गया 10D। ठीक है, सैकेंड वारी तो की बनता पाया N नूं 16 जो पुट किया तो ये बन गया A16 इज़ इक्वल टू A प्लस 16 चो एक माइनस करना कितना बनना इतने 15D। ठीक है, एक नंबर इतने घट आता होंगे, जिदा इतने 11 इतने 10D आ गया, तो 16 इतने 15D आ जाना। हुण A11 देखो कितना गिवन है 38। हुण मैं इनू दोबारा तो लिखण लगी, देखो इस वाली इक्वेशन नूं ये की बनेगी, देखो A11 इज़ 38, आ है साडे कोल A प्लस 10D इज़ इक्वल टू 38। सैकेंड इक्वेशन देखो की बन गई A प्लस 15D इज़ इक्वल टू 73। हुण तुसीं याद करो अपने एक्स ते वाई दी वैल्यूज़ दो इक्वेशन तो कढनियां सीखियां होईयां तुसीं। हुण आ तुहाडे कोल एक इक्वेशन नंबर 1 एक 2 है। ठीक है, दोनों प्लस दे साइन है, इन्होंने कर दो माइनस। माइनस करने का मतलब जिहड़ी नीचे वाली इक्वेशन हुंदी आ उहदे साइन की हो जाणगे चेंज। ए है प्लस का, ये बन गया माइनस माइनस एंड माइनस, ये प्लस का ए है माइनस का ए कैंसल आउट हो गए। हुण 10 ते 15 देखो D दोनों ते लगा हुआ, D तो इत्थे लगना ही लगना। 10 माइनस 15, ठीक है, 10 माइनस 15 का आंसर कितना होंदा -5D। उस तो बाद इज इक्वल टू 38 माइनस 73 होंदा है माइनस दे 35। दोनों पासे माइनस दे आ, खब्बे पासे ते सज्जे पासे लैफ्ट हैंड साइड राइट हैंड साइड दोनों साइड ते माइनस है, ये की हो जाती कैंसल आउट हो जाती है। तो साढ़े कोल D के इक्वल बनेगा 100, D के इक्वल बनेगा 35। देखो इधर पहले ही ऑलरेडी पाए हुए 35 ने इधर ही रहना, ये वाले 5 ने इधर जाके डिवाइड हो जाना। हूँ जो डिवाइड हो गया तो एक कैंसल आउट हो गया, कितना आ गया 7। सो D कितना आ गया 7। जो एक D की वैल्यू आ गई, दोनों विचों किसी भी इक्वेशन के विच वैल्यू पुट कर दो। जे मैं मान लो इन्हें 1 नंबर दिता है, इनू 2 नंबर दिता, तो मैं D की वैल्यू इक्वेशन नंबर 1 के विच पुट करन लगी हाँ। पुट करन का मतलब देख लो A, ए नू एज इट इज़ लिखना क्योंकि ए सी फाइंड आउट करना, प्लस 10 इंटू D, D कितना 7 इज इक्वल टू 38। ए प्लस 10 इंटू 7 कितना होंदा 70, एक इक्वल बन गया 38 के इक्वल। सो ए इज इक्वल टू 38 माइनस 70, एक इक्वल बन गया माइनस दे 32। ठीक है, हुण क्वेश्चन इत्थे नहीं खत्म होया, अगे भी उन्होंने कुछ पूछा। देखो की पूछा, उन्होंने की क्या होया 30th टर्म फाइंड आउट करनी है, A31 फाइंड आउट करना। अगला पार्ट मैं इत्थे करन लगी हाँ, A31 फाइंड आउट करना असीं। A31 देखो फिर यही वाला फॉर्मूला लगाओ। A31 मतलब फॉर्मूला की सी AN इज इक्वल टू A प्लस N माइनस 1 इंटू D, N की जगह पर रख लिया 31।
इज इक्वल टू, हुण ए देखो कितना, ए असीं इत्थे कट चुके हैं, ये है -32, ये -32 आ गया प्लस n माइनस 1, n कितना है 31, 31 माइनस 1 इंटू डी, डी की वैल्यू कितनी है 7, इत्थे मल्टीप्लाई हो रही है, तो ये किहदे इक्वल बन गया -32, 31 माइनस 1 कितना हुंदा 30, 30 इंटू 7, तो ये साडे कोल आ गया -32 प्लस 210, ये किहदे इक्वल बन गया 178। सो A31 है जो, इसका आंसर कितना बन गया 178 प्लस दी है। हाँ जी, 5th क्वेश्चन देखो की आ, 636 जोड़ प्राप्त करने लई AP की जो आ लड़ी दी हुई आ, इस दियां टोटल कितनियां टर्म्स, किन्ने इहदे विच होर नंबर होने चाहिए आ कि जिहड़ा ऐड करन तो बाद इहदा जिहड़ा सम कितना बन जाए 636 बन जाए। ठीक है, हुण सम का फॉर्मूला इहदे विच लगना बेटा, सम का तुहानूं पता होना चाहिए पहला सम का फॉर्मूला की हुंदा, SN वाला जिहड़ा असीं यूज़ करना, SN किहदे कोल हुंदा, SN इज इक्वल टू n/2 इंटू 2a प्लस n माइनस 1 इंटू डी। ठीक है, एस का फॉर्मूला साडे कोल हुंदा है n/2 इंटू 2a प्लस n माइनस 1 इंटू डी। 636 ਇਹਦਾ मतलब ਆਹ वाली चीज़ कितनी दी हुई सानू 636 दी हुई है। AP देखो दी हुई है 9 17 25। AP दे विच जो भी दिता हुंदा A ते D बेटा लिख ही लिया करो पहले ही, A कितना 9 क्योंकि ये तो यूज़ करना ही आ, D कितना आ 17 माइनस 9 करांगे असीं, ये बनेगा 8। SN की वैल्यू है जो साडे कोल वो किहदे इक्वल आंदी पई है, वो है 636, आ बन गया 636। बस हुण वैल्यूज ही असीं पुट करनी तो सॉल्व करना। देखो 636 ने किहदे इक्वल बन जाना n/2, n/2 n असीं की करना फाइंड आउट करना, क्योंकि उन्होंने पूछा है कितनियां टर्म्स होर लैनियां चाहिए ताकि जिहड़ा सम है वो किहदे इक्वल बने 636 से बने। n एज इट इज़ ही आएगा इंटू 2a 2 इंटू 9 प्लस n माइनस 1 इंटू डी। जो असीं इनू सॉल्व करांगे तो ये बन जाएगा n/2 इंटू 9, ये कितना बन गया 18, उस बाद ब्रैकेट ओपन कर दो, ये बन गया 8n माइनस 8। ठीक है, हुण इनू सॉल्व कर लो, n/2 एज इट इज़ रहने दो, 18 माइनस 8 कितना बन गया 10 प्लस 8n, 8n लिख के कितना बन गया प्लस 10 बन गया। आ 2 उस साइड पर जाके इन्ना मल्टीप्लाई हो जाना, जो ये मल्टीप्लाई हो गया बन जाना तुहाडे कोल 632 इंटू 2 इज इक्वल टू n अंदर मल्टीप्लाई कर दो 8n स्क्वायर प्लस 10n। ठीक है, उस तो बाद जो 2 ये कॉमन है, 2 कॉमन है, दोनों पासों कैंसल आउट हो जाएगा, 2 दे नाल तुसीं डिवाइड कर दोगे तो तुहाडे कोल देखो इक्वेशन की बनेगी। देखो बेटा 2 दे नाल इधरों कैंसल हो जाएगा ना, हाँ 8 है तो ये 10 है, 2 कॉमन निकलिया तो साडे कोल जो इक्वेशन है वो कितनी बनेगी 4n स्क्वायर प्लस 5n माइनस 636 इज इक्वल टू 0। हुण जो वाली इक्वेशन बन गई, हुण इनू कंपेयर करो ax स्क्वायर प्लस bx प्लस c इज इक्वल टू 0 दे नाल, दो घाती समीकरण क्वाड्रेटिक इक्वेशन, a कितना 4 b कितना 5, b है 5, c कितना है माइनस 636। हाँ जी, जो वैल्यूज़ करनिया होंगे डिस्क्रिमिनेंट लगाओ, डिस्क्रिमिनेंट का फार्मूला क्या होंगे d इज इक्वल टू बी स्क्वेयर माइनस 4ac, बी स्क्वेयर बी कितना इत्थे 25 माइनस 4 इंटू ए कितना 4 इंटू सी माइनस दे विच है ब्रैकेट च लिख लो 636। हुण इहदे विचों एक माइनस इत्थों आ गई, एक इत्थे आ गई, तो ये बन जाना पहले प्लस लिख लो ताकि कोई कन्फ्यूजन ना हो। जो इन्हां सारिਆਂ ਨੂੰ ਤੁਸੀਂ मल्टीप्लाई कर देना तो ये तुहाडे कोल बन जाएगा 10176। तो इनू ऐड करने तो बाद आ गया टोटल 10201, ये आ गई डी की वैल्यू, डिस्क्रिमिनेंट आ गया तुहाडे कोल 10201। उस तो बाद देखो बेटा डिस्क्रिमिनेंट तो बाद जो असीं एक्स की वैल्यू फाइंड आउट करते थे, एक्स की जगह तो एन आ, तो एन किहदे इक्वल हुंदा साडे कोल माइनस बी
प्लस माइनस √d/2a। ये फॉर्मूला मैं लिखा बेटा डिस्क्रिमिनेंट के तो बाद जो असी रूट्स फाइंड आउट करते हैं। बी की वैल्यू देखो कितनी सी तुहाडे कोल, बी सीगा माइनस, बी सी 5, इत्थे की बन जाएगा -5 प्लस माइनस √d, डी है डिस्क्रिमिनेंट कितना है, ये वैल्यू इत्थे लिख दो ओवर 2a, ए कितना है 4। जो इन्हू सॉल्व करोगे ये बन गया -5 प्लस माइनस ਇਹਦਾ अंडर रूट जो सॉल्व किया बनेगा 101/8। अंडर रूट बेटा आता ही होगा तो फाइंड आउट करना, 8th क्लास के सीखा होएगा। ये इनू इस तरह करीदा, इधरों इधरों तो एक बच गया, एक नू एक नाल इत्थे मल्टीप्लाई किया, इत्थे आ गया 1, उपरों दोनों नंबर उतारे 0 2, इत्थे जिहड़ा नंबर हुंदा डबल करते हुंदे आ, ये बन गया 2। ठीक है, हुण ये उपर ये नहीं जाएगा क्योंकि इतने कोई ना कोई नंबर सानू लैना पैना, नंबर छोटा बन जाता सी, ये उपर फिर आ दोनों भी उतारते, जो ये दोनों भी उतार ले, इत्थे लगी 0, इत्थे भी लगी 0। उस तो बाद देखो जिस एक नाल मल्टीप्लाई कर देंगे तो ये कितना बन जाता हुंदा 201। तो यदा आंसर कितना आ गया 101। हुण ਇਹਦਾ मतलब देखो की है प्लस माइनस का एन की वैल्यू देखो की आऊगी -5 तो लिख लो, एक बारी प्लस दे 101 होणगे, एक बारी की होणगे माइनस दे, एक बार प्लस एक बार माइनस। हुण जो 101 चो -5 किया 96/8, इनू सॉल्व करूँगे 12 ते कट्टिया जाता, इनू सॉल्व करूँगे ये बनना -53/4। हुण असी एन फाइंड आउट करना सी, नंबर जिहड़ा है बेटा ये 12 ही आएगा, इस फॉर्म च नंबर नहीं आ सकता। ठीक है, सो एन की वैल्यू साडे कोल कितनी बनेगी, इत्थे 12 बनेगी। सो ਇਹਦਾ मतलब की हो गया 636 जोड़फल प्राप्त करने के लिए एन कितना होना चाहिए 12। 6 सेंटीमीटर है जो अर्ध व्यास का एक चक्कर खिंचो। ठीक है, हुण ਇਹਦੇ वास्ते की करना पैना तुहाडे कोल, देखो एक तो फुट्टा होना चाहिए स्केल, एक होनी चाहिए कंपस। ठीक है, जिन्होंने तुसीं प्रकार बोलते हैं। हुण इन्होंने की बोलिया है क्वेश्चन 6 सेंटीमीटर अर्ध व्यास का एक चक्कर खिंचो। ठीक है, ਇਹਦਾ मतलब की होया, देखो स्केल के उपर तुसीं 6 सेंटीमीटर जिन्नी प्रकार खोलनी आ। ठीक है, मैं ऑलरेडी खोल के रखी हुई आ 6 सेंटीमीटर जिन्नी। ठीक है, इत्थों भी तुसीं देख सकते हैं, देखो जो मैंने मूव कर दें, देखो 6.9 आ 7.2 हो गया, तो आ तुहाडे कोल कितना बन गया, ये है 6 सेंटीमीटर। 6 सेंटीमीटर जिन्नी तुसीं अपनी खोल ली प्रकार, ਇਹਦਾ एक लगाना तुसीं चक्कर, ਇਹਦਾ बना देना सी एक चक्कर। ठीक है, ये बन गया एक चक्कर। हुण जो चक्कर बनया है इत्थे ਉਹਨੂੰ तुसीं एक मान लेना एक सेंटर। ठीक है, ਇਹਦਾ मतलब की होया, हुण असीं स्केल की हैल्प के नाल 10 सेंटीमीटर एक बिंदु लवांगे। हाँ जी बेटा, देखो आ सी चक्कर का केंद्र ओ पॉइंट, ਇਹਦੇ तो हुण आपां 10 सेंटीमीटर दूर एक बिंदु लैन लगे हैं जिहदा नाम असीं रखांगे पी। ठीक है, तुसीं भी बेटा नाल नाल करो इनू। देखो असीं केंद्र तो 10 सेंटीमीटर, देखो 10 सेंटीमीटर कित्थे बनता है, आ रहा स्केल का 10 सेंटीमीटर असीं की कीता एक केंद्र तो दूरी ले ली। ठीक है, बाहर एक पॉइंट आ गया जिहदा नाम असीं रखता पी। ठीक है, इस पॉइंट का नाम असीं रखता पी पॉइंट। ठीक है, इत्थे तक बनता सी 10 सेंटीमीटर। हुण उस तो बाद की करना, ओ ते पी नू देखो मिलाता होया, पी पॉइंट लैके ओ पी नू मिलाता। उस तो बाद की करना सी, इस वाली लाइन जिहड़ी है 10 सेंटीमीटर सी लई सी, ਇਹਦਾ ਅਸੀਂ ਕੀ करना लंब समदोपाजक। ठीक है, परपेंडिकुलर बाइसैक्टर। हुण ਉਹਦੇ वास्ते देखो की करना पैंदा, ਉਹਦੇ वास्ते तुसीं देखो अपनी जिहड़ी है कंपस है, ਇਹਨੂੰ तुसीं ਅੱਧ तो ज़्यादा खोलोगे, देखो सेंटर ते रखोगे, ਇਹਦਾ ਅੱਧ ਇਹ ਰਿਹਾ, ਇਹਨੂੰ ਅੱਧ ਤੋਂ थोड़ी जी ज़्यादा ਇਹਨੂੰ ओपन करो। ठीक है, ਅੱਧ तो ज़्यादा खोल ली, ਅੱਧ तो ज़्यादा खोल के तुसीं की करनी है, 2 चाप लगानी है, जिन्होंने तुसीं आर्क भी बोलते इंग्लिश। ठीक है, तुसीं चाप लगानी है, एक लगाती इत्थे, एक लगा दी इस साइड ते। सिमिलरली पी पॉइंट ते भी इनू रख के इदां करना सी। हुण अपनी प्रकार देखो तुसीं पी पॉइंट ते लै जाओ,
P ਪੁਆਇੰਟ 'ਤੇ ਲੈ ਗਏ। ਹੁਣ P ਪੁਆਇੰਟ 'ਤੇ ਲਿਜਾਣ ਤੋਂ ਬਾਅਦ ਫਿਰ ਤੁਸੀਂ ਆਰਕ ਲਗਾਓ, ਇੱਥੇ ਚਾਪ ਲਗਾਓ, ਇੱਕ ਇੱਥੇ ਚਾਪ ਲਗਾਓ, ਇੱਕ ਤੁਸੀਂ ਉੱਪਰ ਵਾਲੀ ਸਾਈਡ 'ਤੇ ਲਗਾਉਣੀ ਹੈ। ਠੀਕ ਹੈ, 2 ਚਾਪ ਤੁਸੀਂ ਲਗਾਤੀਆਂ। ਹੁਣ ਤੁਸੀਂ ਇਹ ਵਾਲੇ 2 ਪੁਆਇੰਟਸ ਜਿਹੜੇ ਤੁਹਾਡੇ ਕੋਲ ਬਣੇ ਆ, ਇਹਨਾਂ ਦੋਨਾਂ ਨੂੰ ਤੁਸੀਂ ਆਪਣੀ ਸਕੇਲ ਦੀ ਹੈਲਪ ਦੇ ਨਾਲ ਇਹਨੂੰ ਜੁਆਇਨ ਕਰ ਦਿਓ, ਇਹਨਾਂ ਨੂੰ ਜੋੜ ਦਿਓ। ਹੁਣ ਅਸੀਂ ਇਹਨਾਂ ਨੂੰ ਜੁਆਇਨ ਕਰਾਂਗੇ ਦੋਨੋਂ ਪੁਆਇੰਟਸ ਨੂੰ। ਠੀਕ ਹੈ, ਇਹ ਆਪਾਂ ਇੱਕ ਲਾਈਨ ਡਰਾ ਕਰਤੀ। ਹੁਣ ਅਸੀਂ ਸਕੇਲ ਨੂੰ ਪਿੱਛੇ ਕਰ ਦਿੰਦੇ ਹਾਂ। ਇਹ ਵਾਲਾ ਤੁਹਾਡੇ ਕੋਲ ਬਣ ਗਿਆ ਇੱਕ ਪਰਪੈਂਡੀਕੂਲਰ ਬਾਈਸੈਕਟਰ ਬਣ ਗਿਆ, ਜਿਹਨੂੰ ਤੁਸੀਂ ਕੀ ਬੋਲਦੇ ਆ, ਲੰਬ ਸਮ ਦੁਭਾਜਕ। ਠੀਕ ਹੈ, ਹੁਣ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਹੁਣ ਤੁਸੀਂ ਇੱਥੇ ਪ੍ਰਕਾਰ ਰੱਖਣੀ ਹੈ, ਜਿੱਥੇ ਤੁਹਾਡਾ ਲੰਬ ਸਮ ਦੁਭਾਜਕ ਬਣਿਆ ਨਾ, ਆਹ ਵਾਲੀ ਲਾਈਨ ਜਿੱਥੇ ਦੋਨੋਂ ਲਾਈਨਸ ਆਪਸ ਦੇ ਵਿੱਚ ਕੱਟਦੀਆਂ ਵਾ, ਹੁਣ ਤੁਸੀਂ ਪ੍ਰਕਾਰ ਨੂੰ ਉੱਥੇ ਰੱਖਣਾ। ਤੇ ਕਿੰਨੀ ਪ੍ਰਕਾਰ ਖੋਲਣੀ ਹੈ, OM ਜਿੰਨੀ। ਠੀਕ ਹੈ, ਇਹਦਾ ਨਾਮ ਅਸੀਂ ਰੱਖ ਲੈਂਦੇ M। ਹੁਣ ਤੁਸੀਂ OM ਜਿੰਨਾ ਸੈਂਟਰ ਲੈਣਾ। ਠੀਕ ਹੈ, ਹੁਣ ਤੁਸੀਂ ਆਪਣੀ ਪ੍ਰਕਾਰ ਨੂੰ M ਪੁਆਇੰਟ ਦੇ ਉੱਪਰ ਰੱਖਣਾ। ਠੀਕ ਹੈ, M ਪੁਆਇੰਟ ਦੇ ਉੱਪਰ ਰੱਖ ਕੇ, ਠੀਕ ਹੈ, OP ਜਿੰਨਾ ਕੇਂਦਰ ਮੰਨ ਕੇ, ਜਾਂ ਫਿਰ ਤੁਸੀਂ ਕਹਿ ਲਓ ਚਾਹੇ OP ਜਿੰਨਾ ਤੇ ਚਾਹੇ OM ਜਿੰਨਾ, ਦੇਖੋ ਇੰਨੀ ਪ੍ਰਕਾਰ ਖੋਲ੍ਹਣੀ ਆ। ਇੰਨੀ ਪ੍ਰਕਾਰ ਖੋਲ੍ਹਣ ਤੋਂ ਬਾਅਦ ਤੁਸੀਂ ਕੀ ਕਰਨਾ, ਇੱਕ ਚੱਕਰ ਬਣਾਉਣਾ। ਦੇਖੋ ਹੁਣ ਮੈਂ ਕੀ ਕਰਨ ਜਾ ਰਹੀ ਹਾਂ, ਇੱਥੇ M ਦੇ ਉੱਪਰ ਇੱਕ ਪ੍ਰਕਾਰ ਦੀ ਜਿਹੜੀ ਨਿੱਬ ਹੈਗੀ ਆ ਉਹ M 'ਤੇ ਰੱਖਣੀ ਆ। ਦੂਸਰੀ ਕਿੰਨੀ ਖੋਲ੍ਹਣੀ ਆ, OM ਜਿੰਨੀ ਜਾਂ ਫਿਰ MP ਜਿੰਨੀ ਖੋਲ੍ਹ ਕੇ ਇੱਕ ਚੱਕਰ ਡਰਾ ਕਰ ਦਿਓ ਬੇਟਾ। ਠੀਕ ਹੈ, ਇੱਕ ਬਣ ਗਿਆ ਚੱਕਰ। ਹੁਣ ਦੇਖੋ ਜਿਹੜਾ ਇਹ ਚੱਕਰ ਬਣਿਆ ਹੋਇਆ ਹੈ, ਇਹਨੇ ਜੋ ਪਹਿਲਾ ਵਾਲਾ ਚੱਕਰ ਸੀ ਉਹਨੂੰ ਕਿੰਨੇ ਪੁਆਇੰਟਸ 'ਤੇ ਕੱਟਿਆ, 2 ਬਿੰਦੂਆਂ 'ਤੇ ਕੱਟਿਆ। ਇੱਕ ਦੇਖੋ ਆਹ ਵਾਲਾ ਪੁਆਇੰਟ ਆ, ਦੂਸਰਾ ਹੈਗਾ ਇਹ ਵਾਲਾ ਪੁਆਇੰਟ। ਇਹਦਾ ਨਾਮ ਅਸੀਂ ਕੀ ਰੱਖਤਾ, A ਐਂਡ B। ਇਹ ਵਾਲਾ ਪੁਆਇੰਟ ਹੋ ਗਿਆ A ਤੇ ਆਹ ਵਾਲਾ ਪੁਆਇੰਟ ਹੋ ਗਿਆ B। ਹੁਣ ਅਸੀਂ ਕੀ ਕਰਨਾ, PA ਨੂੰ ਤੇ PB ਨੂੰ ਮਿਲਾ ਦੇਣਾ। ਜਦੋਂ ਅਸੀਂ ਦੋਨੋਂ ਪੁਆਇੰਟਸ ਨੂੰ ਮਿਲਾ ਦੇਣਾ ਤਾਂ ਉਹੀ ਸਾਡੇ ਕੋਲ ਕੀ ਬਣਨਗੀਆਂ, ਸਪਰਸ਼ ਰੇਖਾਵਾਂ। P ਤੋਂ ਆਹ ਵਾਲਾ ਪੁਆਇੰਟ P ਸੀ, P ਨੂੰ ਤੇ A ਨੂੰ ਮਿਲਾ ਦੇਣਾ। P ਤੇ A ਨੂੰ ਮਿਲਾ ਦਿੱਤਾ। P ਤੇ B ਪੁਆਇੰਟ ਨੂੰ ਵੀ ਮਿਲਾ ਦੇਣਾ। ਠੀਕ ਹੈ, A ਰਿਹਾ ਪੁਆਇੰਟ P ਐਂਡ A ਵਾਲਾ ਪੁਆਇੰਟ ਹੈ B। ਤੁਸੀਂ ਵੀ ਸਕੇਲ ਤੇ ਪੈਨਸਿਲ ਦੀ ਹੈਲਪ ਦੇ ਨਾਲ ਇਹਨਾਂ ਦੋਨੋਂ ਪੁਆਇੰਟਸ ਨੂੰ ਮਿਲਾ ਦੇਣਾ। ਹੁਣ ਦੇਖੋ ਸਾਨੂੰ ਇਹ ਵੀ ਪਤਾ ਆ ਕਿ ਚੱਕਰ ਦਾ ਚੈਪਟਰ ਜਦੋਂ ਅਸੀਂ ਪੜ੍ਹਿਆ ਹੋਏਗਾ, ਉਹਦੇ ਵਿੱਚ ਕੀ ਕਹਿੰਦੇ ਆ ਕਿ ਜਦੋਂ ਚੱਕਰ ਦੇ ਬਾਹਰ ਕੋਈ ਪੁਆਇੰਟ ਹੁੰਦਾ ਵਾ, ਬਿੰਦੂ ਹੁੰਦਾ ਵਾ, ਉਸ ਤੋਂ ਕੇਵਲ 2 ਸਪਰਸ਼ ਰੇਖਾਵਾਂ ਹੀ ਬਣਾਈਆਂ ਜਾ ਸਕਦੀਆਂ ਹਨ। ਠੀਕ ਹੈ, ਅਸੀਂ ਇਹਦੇ ਵਿੱਚ ਕੀ ਕੀਤਾ ਸੀ, ਇੱਕ ਪੁਆਇੰਟ P ਸੀ ਜੋ ਚੱਕਰ ਤੋਂ ਬਾਹਰ ਲਿਆ ਹੋਇਆ ਸੀ, ਤੇ ਇਹਦੇ ਉੱਪਰੋਂ ਕਿੰਨੀਆਂ ਸਪਰਸ਼ ਰੇਖਾਵਾਂ ਬਣਾਤੀਆਂ ਸੀ, 2 ਬਣਾਤੀਆਂ। ਇੱਕ ਬਣ ਗਈ PA, ਦੂਸਰੀ ਬਣ ਗਈ PB। ਹੁਣ ਉਹਨਾਂ ਨੇ ਕੀ ਕਿਹਾ ਸੀ, ਇਹਦੀਆਂ ਲੰਬਾਈਆਂ ਵੀ ਮਾਪੋ। ਠੀਕ ਹੈ, P 'ਤੇ ਸਕੇਲ ਰੱਖੋ ਤੇ A 'ਤੇ ਸਕੇਲ ਰੱਖੋ, ਇਹਨੂੰ ਤੁਸੀਂ ਮਾਪੋ। ਜਦੋਂ ਤੁਸੀਂ ਇਹਨੂੰ ਮਾਪੋਗੇ ਤਾਂ ਦੇਖੋ ਡਾਇਰੈਕਟਲੀ ਹੀ ਦਿਖ ਰਿਹਾ ਹੈ ਕਿ PA ਦੀ ਕਿੰਨੀ ਆਉਂਦੀ ਪਈ ਹੈ। ਇੱਥੇ ਦੇਖੋ ਵੈਲਿਊ 8 ਤੋਂ ਥੋੜ੍ਹੀ ਜਿਹੀ ਉੱਪਰ ਆ ਰਹੀ ਆ, ਬਟ ਤੁਹਾਡੀ ਐਗਜ਼ੈਕਟਲੀ ਕਿੰਨੀ ਆਉਣੀ ਚਾਹੀਦੀ, 8 ਆਉਣੀ ਚਾਹੀਦੀ ਆ। ਠੀਕ ਹੈ, ਸੋ PA ਤੇ PB ਹੈ ਜੋ ਉਹਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਆਏਗੀ, 8 ਸੈਂਟੀਮੀਟਰ। PA ਦੀ ਤੁਹਾਨੂੰ ਦਿਖਾਈ ਹੈ, ਸਿਮਿਲਰਲੀ PB ਦੀ ਵੀ ਤੁਸੀਂ ਹੁਣ ਆਪ ਦੇਖੋਗੇ ਤਾਂ ਅਸੀਂ ਜਦੋਂ ਦੇਖਿਆ PA ਕਿੰਨਾ ਬਣ ਗਿਆ ਸਾਡੇ ਕੋਲ 8 ਸੈਂਟੀਮੀਟਰ, ਤੇ PB ਹੈ ਜੋ ਸਪਰਸ਼ ਰੇਖਾ, ਸੈਕਿੰਡ ਸਪਰਸ਼ ਰੇਖਾ, ਇਹਦੀ ਵੀ ਲੈਂਥ ਕਿੰਨੀ ਆ ਗਈ ਸੀ, 8 ਸੈਂਟੀਮੀਟਰ। PA ਦੀ ਵੀ 8 ਸੈਂਟੀਮੀਟਰ ਤੇ PB ਦੀ ਵੀ ਕਿੰਨੀ ਆ ਗਈ, 8 ਸੈਂਟੀਮੀਟਰ ਆ ਗਈ। ਠੀਕ ਹੈ, ਇਹ ਇਸ ਤਰ੍ਹਾਂ ਅਸੀਂ ਸਪਰਸ਼ ਰੇਖਾਵਾਂ ਦਾ ਜੋੜਾ ਉਹਦੀ ਰਚਨਾ ਕਰ ਸਕਦੇ ਹਾਂ। ਠੀਕ ਹੈ, ਹੋਪ ਸੋ ਕਿ ਸਭ ਨੂੰ ਸਮਝ ਆ ਗਈ ਹੋਊਗੀ। ਉਸ ਤੋਂ ਬਾਅਦ ਦੇਖੋ ਬੇਟਾ, ਇਹਦੀ ਇੰਪੋਰਟੈਂਟ ਚੀਜ਼ ਕੀ ਹੁੰਦੀ ਆ, ਜਦੋਂ ਤੁਸੀਂ ਇਹ ਕੁਐਸਚਨ ਕਰਨਾ ਵਾ, ਇੱਕ ਤਾਂ ਇਹਦੀ ਕੰਸਟਰਕਸ਼ਨ ਜੋ ਤੁਸੀਂ ਬਣਾਉਣਾ, ਦੇਖੋ ਕੰਸਟਰਕਟ ਕੀਤਾ ਹੋਇਆ, ਇੱਕ ਤਾਂ ਕੰਸਟਰਕਸ਼ਨ ਆਣੀ ਇਹਦੀ। ਉਸ ਤੋਂ ਬਾਅਦ ਜੋ ਬਹੁਤ ਇੰਪੋਰਟੈਂਟ ਚੀਜ਼ ਹੈ, ਇਹਦੀ ਰਚਨਾ ਦੇ ਪੱਗ। ਠੀਕ ਹੈ, ਸਟੈਪਸ ਜਿਹੜੇ ਇਹਦੇ ਕੰਸਟਰਕਸ਼ਨ ਦੇ ਉਹ ਤੁਸੀਂ ਲਿਖਣੇ ਆ। ਇਹ ਮੈਂ ਪੰਜਾਬ ਐਜੂਕੇਅਰ ਐਪ ਹੈ ਜੋ ਉਹਦੇ ਤੋਂ ਹੀ ਡਾਊਨਲੋਡ ਕੀਤੇ ਹੈ, ਤਾਂ ਡਾਇਰੈਕਟਲੀ ਤੁਹਾਨੂੰ ਉੱਥੋਂ ਹੀ ਦੱਸਣ ਜਾ ਰਹੀ ਹਾਂ
ਇਹਦੇ ਵਿੱਚ ਦੇਖੋ ਆਹੀ ਕੁਐਸਚਨ ਸੀ ਕਿ 6 ਸੈਂਟੀਮੀਟਰ ਅਰਧ ਵਿਆਸ ਦਾ ਇੱਕ ਚੱਕਰ ਲਿਆ। ਮੈਂ ਤੁਹਾਨੂੰ ਬਣਾ ਕੇ ਦੱਸਦੀ ਹੈ ਪੂਰੀ ਕੰਸਟਰਕਸ਼ਨ। ਉਸ ਤੋਂ ਬਾਅਦ ਇੱਦਾਂ ਇਹਦੇ ਵਿੱਚ ਐਕਸਪਲੇਨ ਕੀਤਾ ਹੋਇਆ ਸੇਮ ਤੁਸੀਂ ਇੱਦਾਂ ਹੀ ਰਚਨਾ ਦੇ ਪੱਗ ਲਿਖਣੇ ਆ। ਠੀਕ ਹੈ, ਇਹਦਾ ਸਕਰੀਨਸ਼ਾਟ ਚਾਹੇ ਲੈ ਕੇ ਰੱਖ ਲਓ। ਇਹਦੇ ਵਿੱਚ ਦੇਖੋ ਫਸਟ ਸਟੈਪ ਅਸੀਂ ਕੀ ਕੀਤਾ ਸੀ, ਜੋ ਕੀਤਾ ਸੀ ਉਹਨੂੰ ਉੱਦਾਂ ਹੀ ਲਿਖੀ ਜਾਓ। ਠੀਕ ਹੈ, ਅਸੀਂ ਕੀ ਕੀਤਾ ਸੀ, O ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਅਰਧ ਵਿਆਸ ਦਾ ਇੱਕ ਚੱਕਰ ਖਿੱਚਿਆ ਸੀ। O ਨੂੰ ਕੇਂਦਰ ਮੰਨਿਆ ਸੀ, 6 ਸੈਂਟੀਮੀਟਰ ਅਰਧ ਵਿਆਸ ਦਾ ਇੱਕ ਚੱਕਰ ਖਿੱਚ ਲਿਆ ਸੀਗਾ। ਠੀਕ ਹੈ, ਇੱਥੇ ਪ੍ਰਕਾਰ ਰੱਖੀ ਸੀ 6 ਸੈਂਟੀਮੀਟਰ ਖੋਲ ਕੇ ਤੇ ਇੱਕ ਚੱਕਰ ਬਣਾਇਆ ਸੀ ਪਹਿਲਾਂ। ਉਸ ਲਾਈਨ ਨੂੰ ਇੱਦਾਂ ਹੀ ਲਿਖ ਦਿੱਤਾ। ਫਿਰ ਕੀ ਕੀਤਾ ਸੀ, ਕੇਂਦਰ O ਤੋਂ 10 ਸੈਂਟੀਮੀਟਰ ਦੀ ਦੂਰੀ ਤੇ ਇੱਕ ਬਿੰਦੂ P ਲਿਆ ਸੀ। ਠੀਕ ਹੈ, O ਨੂੰ ਕੇਂਦਰ ਮੰਨਿਆ ਸੀ, O ਤੋਂ P ਤੱਕ ਅਸੀਂ ਕਿੰਨੀ ਦੂਰੀ ਲਈ ਸੀਗੀ, ਕਿੰਨਾ ਡਿਸਟੈਂਸ ਲਿਆ ਦਾ, 10 ਸੈਂਟੀਮੀਟਰ ਲੈ ਲਿਆ ਸੀ। ਇਹਦਾ ਪੁਆਇੰਟ ਕੀ ਆ ਗਿਆ ਸੀ, P ਬਾਹਰ ਆ ਗਿਆ ਸੀ। ਹੁਣ ਅਸੀਂ ਕੀ ਕੀਤਾ ਸੀ, O ਤੇ P ਨੂੰ ਮਿਲਾਤਾ ਸੀ। ਠੀਕ ਹੈ, ਜਿੱਦਾਂ ਕੀਤਾ ਸੀ ਉਹਨੂੰ ਐਜ਼ ਇਟ ਇਜ਼ ਹੀ ਲਿਖਣਾ। OP ਨੂੰ ਮਿਲਾਇਆ। ਫਿਰ ਕੀ ਕੀਤਾ ਸੀਗਾ, OP ਦਾ ਲੰਬਸਮ ਦੁਭਾਜਕ ਖਿੱਚਿਆ ਸੀ। ਠੀਕ ਹੈ, ਪਰਪੈਂਡੀਕੂਲਰ ਬਾਈਸੈਕਟਰ ਲਿਆ ਸੀ। ਪਰਪੈਂਡੀਕੂਲਰ ਬਾਈਸੈਕਟਰ ਲੈਣ ਵਾਸਤੇ ਕੀ ਕੀਤਾ ਸੀ, O ਤੇ ਪ੍ਰਕਾਰ ਰੱਖੀ ਸੀ, ਇੱਕ ਇੱਥੇ ਚਾਪ ਲਗਾਈ ਸੀ, ਫਿਰ ਇੱਥੋਂ ਹੀ ਇੱਕ ਇੱਥੇ ਚਾਪ ਲਗਾਈ ਸੀ। ਠੀਕ ਹੈ, ਉਹਨੂੰ ਚੇਂਜ ਨਹੀਂ ਕਰਨਾ, ਜਿੰਨੀ ਅਸੀਂ ਖੋਲੀ ਸੀ, ਜਿੰਨਾ ਅਰਧ ਵਿਆਸ ਲਿਆ ਸੀ ਓਨਾ ਹੀ ਰਹਿਣ ਦੇਣਾ। ਫਿਰ ਅਸੀਂ P ਦੇ ਉੱਪਰ ਰੱਖੀ ਸੀ ਪ੍ਰਕਾਰ, ਫਿਰ ਚਾਪ ਲਗਾਈ ਸੀ, ਫਿਰ ਦੋਨਾਂ ਦੇ ਆਪਸ ਦੇ ਵਿੱਚ ਉੱਥੋਂ ਅਸੀਂ ਇੱਕ ਲਾਈਨ ਲਗਾਤੀ ਸੀ। ਠੀਕ ਹੈ, ਇਹ ਕੀ ਬਣ ਗਿਆ ਸੀ ਤੁਹਾਡਾ ਪਰਪੈਂਡੀਕੂਲਰ ਬਾਈਸੈਕਟਰ। ਹੁਣ ਤੁਸੀਂ ਕੀ ਕਰਨਾ ਸੀ, M ਨੂੰ ਕੇਂਦਰ ਮੰਨਣਾ। M ਨੂੰ ਕੇਂਦਰ ਮੰਨ ਕੇ ਕੀ ਕੀਤਾ ਸੀ, OM ਜਿੰਨਾ, ਠੀਕ ਹੈ, M ਦੇ ਉੱਪਰ ਪ੍ਰਕਾਰ ਰੱਖ ਕੇ ਕਿੰਨੀ ਖੋਲ੍ਹਣੀ ਸੀਗੀ, OM ਡਿਸਟੈਂਸ ਜਿੰਨੀ ਪ੍ਰਕਾਰ ਖੋਲ੍ਹਣੀ ਸੀ। ਠੀਕ ਹੈ, ਜਾਂ ਫਿਰ MP ਜਿੰਨਾ। ਖੋਲ੍ਹਣ ਤੋਂ ਬਾਅਦ M ਦੇ ਉੱਪਰ ਰੱਖ ਕੇ ਅਸੀਂ ਇੱਕ ਗੋਲਾ ਖਿੱਚਿਆ। ਠੀਕ ਹੈ, ਉਹ ਗੋਲਾ ਬਣ ਗਿਆ ਸੀ ਇਹ ਵਾਲਾ। ਠੀਕ ਹੈ, ਗੋਲਾ ਖਿੱਚ ਲਿਆ ਸੀਗਾ। ਫਿਰ ਉਸ ਤੋਂ ਬਾਅਦ ਕੀ ਕੀਤਾ ਸੀਗਾ, PA ਨੂੰ ਤੇ PB ਨੂੰ ਮਿਲਾਤਾ। ਠੀਕ ਹੈ, PA ਤੇ PB ਨੂੰ ਕੀ ਕਰਤਾ, ਮਿਲਾਤਾ ਸੀ। ਮਿਲਾਉਣ ਤੋਂ ਬਾਅਦ ਤੁਸੀਂ ਇਹਦੀ ਜਦੋਂ ਲੈਂਥ ਮਾਪੀ, ਉਹ ਕਿੰਨੀ ਬਣ ਗਈ, 8 ਸੈਂਟੀਮੀਟਰ। ਸੋ ਇਸ ਤਰ੍ਹਾਂ ਤੁਸੀਂ ਰਚਨਾ ਦੇ ਪੱਗ ਵੀ ਨਾਲ ਜ਼ਰੂਰ ਲਿਖਣੇ ਆ। ਠੀਕ ਹੈ, ਸਟੈਪਸ ਆਫ ਕੰਸਟਰਕਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਦਿੱਤਾ ਹੋਇਆ। ਹੋਪ ਸੋ ਸਾਰਿਆਂ ਨੂੰ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਇਹ ਕੁਐਸਚਨ ਸਮਝ ਆ ਗਏ ਹੋਣਗੇ, ਇੰਪੋਰਟੈਂਟ ਕੁਐਸਚਨ ਸੀ ਸਾਰੇ। ਫਰਦਰ 10th ਕਲਾਸ ਦੇ ਵੀਡੀਓਜ਼ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਵੀ ਪ੍ਰੈਸ ਕਰ ਸਕਦੇ ਹੋ, ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਏ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਹੀ ਜਾਏ। ਥੈਂਕਸ ਫॉर ਵਾਚਿੰਗ ਦਾ ਵੀਡੀਓ।